Hello everyone, welcome to my YouTube channel. I am Jaswinder Kaur, working as a vocational trainer at Government Senior Secondary School, Rion Kala. Today my topic is Vital Sign Procedure. ਵਾਈਟਲ ਸਾਇੰਸ ਨੂੰ ਕਾਰਡੀਨਲ ਫੰਕਸ਼ਨਸ ਵੀ ਕਿਹਾ ਜਾਂਦਾ ਹੈ। ਜੋ ਵਾਈਟਲ ਸਾਇੰਸ ਹੈ ਉਹ ਆਪਣੀ ਬੋਡੀ ਦੀ ਹੈਲਥ ਦਾ ਲੈਵਲ ਚੈੱਕ ਕਰਨ ਦੇ ਲਈ ਯੂਜ਼ ਕੀਤੀ ਜਾਂਦੀ ਹੈ। ਵਾਈਟਲ ਸਾਇੰਸ ਆਰ ਆਲਸੋ ਕਾਲਡ ਐਜ਼ ਕਾਰਡੀਨਲ ਸਾਇੰਸ। ਦੇ ਆਰ ਯੂਜ਼ਡ ਇਨ ਮੈਜ਼ਰਮੈਂਟ ਆਫ ਲੈਵਲ ਆਫ ਹੈਲਥ ਆਫ ਆਵਰ ਬੋਡੀ। ਮੇਨ ਵਾਈਟਲ ਸਾਇੰਸ ਟੈਂਪਰੇਚਰ, ਪਲਸ, ਰੈਸਪੀਰੇਸ਼ਨ, ब्लड प्रेशर एंड ऑक्सीजन सैचुरेशन है। नैक्सट है इंपॉर्टेंस ऑफ वाइटल साइंस। वाइटल साइंस ਜਦੋਂ ਵੀ ਆਪਣੀ ਬੋਡੀ ਦੀ ਵਰਕਿੰਗ ਪ੍ਰੋਪਰ ਨਾ ਹੋ ਰਹੀ ਹੋਵੇ ਜਾਂ ਇਨ ਕੇਸ ਆਪਾਂ ਨੂੰ ਕੋਈ ਇਲਨੈਸ ਫੀਲ ਹੋ ਰਹੀ ਹੋਵੇ ਤਾਂ ਉਸ ਕੇਸ ਦੇ ਵਿੱਚ ਵਾਈਟਲ ਸਾਇੰਸ ਚੈੱਕ ਕੀਤੇ ਜਾਂਦੇ ਆ। ਦੇ ਆਰ ਦ ਫਾਈਂਡਿੰਗਸ ਆਰ ਗਵਰਨਡ ਬਾय ਦ ਵਾਈਟਲ ऑर्गन्स। ਇਨ ਕੇਸ ਐਨੀ ਚੇਂਜ ਆਉਂਦਾ ਹੈ ਵਾਈਟਲ ਸਾਇੰਸ ਦੇ ਵਿੱਚ ਤਾਂ ਆਪਣੇ ਫਿਜ਼ੀਓਲੋਜੀਕਲ ਫੰਕਸ਼ਨਸ ਵੀ ਪ੍ਰੋਪਰਲੀ ਵਰਕ ਨਹੀਂ ਕਰਨਗੇ ਜਾਂ ਫਿਰ ਆਪਾਂ ਇਸ ਨੂੰ ਇਹ ਵੀ ਕਹਿ ਸਕਦੇ ਹਾਂ ਕਿ ਆਪਣੀ ਬੋਡੀ ਇਲਨੈਸ ਫੇਸ ਕਰੂਗੀ। ਅਸੈਸਮੈਂਟ ਆਫ ਵਾਈਟਲ ਸਾਇੰਸ ਪ੍ਰੋਵਾਈਡ ਡਾਟਾ ਟੂ ਆਈਡੈਂਟੀਫਾਈ ਨਰਸਿੰਗ, ਡਾਇਗਨੋਸ ਐਂਡ ਪਲਾਨ ਕੇਅਰ ਐਕਸ਼ਨ। ਇਲਨੈਸ ਚੈੱਕ ਕਰਨ ਦੇ ਲਈ ਵਾਈਟਲ ਸਾਇੰਸ ਚੈੱਕ ਕੀਤੀ ਜਾਂਦੀ ਹੈ ਐਂਡ ਇਹੀ ਵਾਈਟਲ ਸਾਇੰਸ ਡਾਕਟਰ ਜਾਂ ਨਰਸ ਨੂੰ ਇਹ ਆਈਡੈਂਟੀਫਾਈ ਕਰਵਾਉਂਦੇ ਨੇ ਕਿ ਉਹਨਾਂ ਨੇ ਜਿਹੜੀ ਕੇਅਰ ਹੈ ਜਾਂ ਫਿਰ ਮੈਡੀਸਨ ਹੈ ਉਹ ਕਿਸ ਪ੍ਰਕਾਰ ਨਾਲ ਦੇਣੀ ਹੈ। ਐਨੀ ਅਲਟਰੇਸ਼ਨ ਇਨ ਵਾਈਟਲ ਸਾਇੰਸ ਸਿਗਨਲਸ ਦ ਨੀਡ ਫॉर ਮੈਡੀਕਲ ਔਰ ਨਰਸਿੰਗ ਇੰਟਰਵੈਂਸ਼ਨ। ਦੈਟ ਮੀਨਸ ਕਿ ਮੈਡੀਕਲ ਜਾਂ ਨਰਸਿੰਗ ਇੰਟਰਵੈਂਸ਼ਨ ਕਿ ਉਹਨਾਂ ਦੇ ਚੈੱਕਅਪ ਦੇ ਲਈ ਮੇਨਲੀ ਜ਼ਰੂਰੀ ਕੀ ਹੈ ਵਾਈਟਲ ਸਾਇੰਸ ਤੋਂ ਇਨਫੋਰਮੇਸ਼ਨ ਗੇਨ ਕਰਨੀ। ਨੈਕਸਟ ਹੈ ਮੇਨਲੀ ਇਸ ਵੀਡੀਓ ਦੇ ਵਿੱਚ ਆਪਾਂ ਅੱਜ ਬੋਡੀ ਟੈਂਪਰੇਚਰ ਵਾਈਟਲ ਸਾਈਨ ਬਾਰੇ ਰੀਡ ਕਰਾਂਗੇ। ਜੋ ਬੋਡੀ ਟੈਂਪਰੇਚਰ ਹੈ, ਬੋਡੀ ਟੈਂਪਰੇਚਰ ਇਜ਼ ਦ ਡਿਫਰੈਂਸ ਬਿਟਵੀਨ ਦ ਅਮਾਊਂਟ ਆਫ ਹੀਟ ਪ੍ਰੋਡਿਊਸਡ ਬਾय ਆਵਰ ਬੋਡੀ ਐਂਡ ਦ ਅਮਾਊਂਟ ਆਫ ਹੀਟ ਲੋਸ ਟੂ ਦ ਐਕਸਟਰਨਲ ਇਨਵਾਇਰਮੈਂਟ। ਦੈਟ ਇਜ਼ ਬੋਡੀ ਟੈਂਪਰੇਚਰ ਆਪਣੀ ਬੋਡੀ ਦਾ ਤਾਪਮਾਨ ਹੁੰਦਾ ਜੋ ਕਿਸ ਤਰ੍ਹਾਂ ਮੈਜ਼ਰ ਕੀਤਾ ਜਾਂਦਾ ਹੈ ਕਿ ਕਿੰਨੀ ਆਪਣੀ ਬੋਡੀ ਦੇ ਵਿੱਚ ਹੀਟ ਪ੍ਰੋਡਿਊਸ ਹੋਈ ਹੈ ਮਾਈਨਸ ਕਿੰਨੀ ਆਪਣੀ ਬੋਡੀ ਨੇ ਹੀਟ ਲੋਸ ਕੀਤੀ ਹੈ। ਆਪਣੀ ਬੋਡੀ ਦੇ ਵਿੱਚ ਜੋ ਹੀਟ ਪ੍ਰੋਡਿਊਸ ਹੁੰਦੀ ਹੈ ਉਹ ਪ੍ਰੋਡਿਊਸ ਹੁੰਦੀ ਹੈ ਥਰੂ ਫੂਡ। ਜਦੋਂ ਅਸੀਂ ਫੂਡ ਖਾਂਦੇ ਹਾਂ, ਭੋਜਨ ਲੈਂਦੇ ਹਾਂ ਤਾਂ ਉਸ ਕੇਸ ਦੇ ਵਿੱਚ ਐਨਰਜੀ ਪ੍ਰੋਡਿਊਸ ਹੁੰਦੀ ਹੈ। ਐਨਰਜੀ ਹੀ ਹੀਟ ਦੀ ਫੋਰਮ ਹੈ ਜੋ ਹੀਟ ਦੀ ਫੋਰਮ ਦੇ ਵਿੱਚ ਐਨਰਜੀ ਪ੍ਰੋਡਿਊਸ ਕਰਦੀ ਹੈ। ਐਂਡ ਇਨ ਅਦਰ ਕੇਸਿਸ ਆਪਣੀ ਬੋਡੀ ਹੈ ਜਿਹੜੀ ਉਹ ਹੀਟ ਨੂੰ ਲੋਸ ਕਰਦੀ ਹੈ। ਨਾਓ ਵੀ ਵਿਲ ਸਟੱਡੀ ਅਬਾਊਟ ਦ ਹੀਟ ਲੋਸ ਕੇਸਿਸ। ਜਿਹੜੇ ਹੀਟ ਲੋਸ ਦੇ 4 ਕੇਸਿਸ ਹੁੰਦੇ ਨੇ। ਫਸਟ ਹੈ ਕੰਡਕਸ਼ਨ। ਕੰਡਕਸ਼ਨ ਦੇ ਵਿੱਚ ਜਦੋਂ ਆਪਾਂ ਕਿਸੇ ਬੋਡੀ ਨੂੰ ਡਾਇਰੈਕਟ ਟੱਚ ਕਰਦੇ ਹਾਂ ਉਸ ਕੇਸ ਦੇ ਵਿੱਚ ਜੋ ਹੀਟ ਲੋਸ ਹੁੰਦਾ ਉਸ ਨੂੰ ਕਹਿੰਦੇ ਆ ਕੰਡਕਸ਼ਨ। ਅਤੇ ਇਸ ਕੇਸ ਦੇ ਵਿੱਚ ਆਪਣੀ ਬੋਡੀ ਸਿਰਫ 3% ਹੀਟ ਲੋਸ ਕਰਦੀ ਹੈ। ਸਭ ਤੋਂ ਘੱਟ ਪਰਸੈਂਟੇਜ ਦਾ ਹੀਟ ਲੋਸ ਹੈ ਜੋ ਕੰਡਕਸ਼ਨ ਥਰੂ ਹੁੰਦਾ। ਸੈਕਿੰਡ ਹੈ ਕਨਵੈਕਸ਼ਨ। ਕਨਵੈਕਸ਼ਨ ਦੇ ਵਿੱਚ ਹੁੰਦਾ ਜਦੋਂ ਆਪਣੀ ਬੋਡੀ ਏਅਰ ਨੂੰ ਆਪਣੀ ਹੀਟ ਲੂਜ਼ ਕਰਦੀ ਹੈ ਤਾਂ ਇਸ ਕੇਸ ਦੇ ਵਿੱਚ ਜਿਹੜਾ ਹੀਟ ਲੋਸ ਦਾ ਹੈ ਉਹ ਸਿਰਫ 15% ਹੁੰਦਾ। ਨੈਕਸਟ ਹੈ ਰੇਡੀਏਸ਼ਨ। ਰੇਡੀਏਸ਼ਨ ਦੇ ਵਿੱਚ ਮੇਨ ਪਾਰਟ ਹੈ ਜਿਹੜਾ ਹੀਟ ਦਾ ਲੋਸ ਉਹ ਰੇਡੀਏਸ਼ਨ ਥਰੂ ਹੁੰਦਾ। ਰੇਡੀਏਸ਼ਨ ਥਰੂ ਹੁੰਦਾ। ਰੇਡੀਏਸ਼ਨ ਥਰੂ ਮੇਨਲੀ 60% ਹੀਟ ਦਾ ਲੋਸ ਹੋ ਜਾਂਦਾ। ਨੈਕਸਟ ਹੈ ਇਵੈਪੋਰੇਸ਼ਨ। ਇਵੈਪੋਰੇਸ਼ਨ ਜਿਵੇਂ ਕਿ ਪਸੀਨਾ ਆਉਣਾ, ਇਸ ਦੇ ਵਿੱਚ ਆਪਣੀ ਬੋਡੀ 22% ਤਕਰੀਬਨ 22% ਹੀਟ ਲੋਸ ਕਰਦੀ ਹੈ। ਅਤੇ ਇਸ ਤੋਂ ਤੁਹਾਨੂੰ ਪਤਾ ਲੱਗਦਾ ਕਿ ਹੀਟ ਆਪਣੀ ਪ੍ਰੋਡਿਊਸ ਹੋ ਰਹੀ ਹੈ ਜੋ ਆਪਾਂ ਐਨਰਜੀ ਲੈ ਰਹੀ ਆਪਣੀ ਬੋਡੀ ਉਸ ਥਰੂ ਅਤੇ ਲੋਸ ਹੁੰਦੀ ਹੈ ਇਨ ਮੈਨੀ ਵੇਜ਼। ਐਂਡ ਇਨ ਬਿਟਵੀਨ ਜੋ ਵੀ ਹੀਟ ਬਚਦੀ ਹੈ ਉਹ ਆਪਣੀ ਬੋਡੀ ਦਾ ਟੈਂਪਰੇਚਰ ਹੁੰਦਾ। ਆਪਣੀ ਮੇਨ ਬੋਡੀ ਦਾ ਟੈਂਪਰੇਚਰ ਕੀ ਹੁੰਦਾ ਹੈਗਾ? ਬੋਡੀ ਟੈਂਪਰੇਚਰ ਆਫ ਨੋਰਮਲ ਹਿਊਮਨ ਬੀਇੰਗ ਇਜ਼ 98.6 degree Fahrenheit, or we can say that
37 डिग्री ਸੈਲਸੀਅਸ। अपनी बॉडी का टैंपरेचर है जो नॉर्मल बॉडी टैंपरेचर है वो 98.6 डिग्री फारनहीट होंदा है। इसनूं कोर बॉडी टैंपरेचर भी कहा जाता है। नेक्स्ट है फिजियोलॉजी। कोर बॉडी टेम्परेचर इज़ द फिजिकल स्टेट at which internal organs and bodily system function at an optimal level। कोर बॉडी टैंपरेचर ਉਹ ਫਿਜ਼ੀਕਲ ਉਹ ਟੈਂਪਰੇਚਰ ਹੁੰਦਾ ਹੈ ਜਿਸ ਟੈਂਪਰੇਚਰ 'ਤੇ ਆਪਣੀ ਬੋਡੀ ਦੇ ਸਾਰੇ ਔਰਗਨਸ ਪ੍ਰੋਪਰ ਵਰਕ ਕਰਦੇ ਨੇ। core body temperature is an aspect of thermoregulation, the body's ability to control its operating temperature within a constant range। अपनी बॉडी ਦੇ ਵਿੱਚ ਥਰਮੋਰੈਗੂਲੇਸ਼ਨ ਹੁੰਦਾ ਕਿ ਆਪਣੀ ਬੋਡੀ ਹੈ ਜੋ ਆਪਦਾ ਤਾਪਮਾਨ ਆਪਣੇ ਆਪ ਨਿਯੰਤਰਿਤ ਕਰ ਸਕਦੀ ਹੈ ਕਿ ਜਿਸ ਦੇ ਵਿੱਚ ਹੀਟ ਪ੍ਰੋਡਿਊਸ ਵੀ ਹੁੰਦੀ ਹੈ ਐਂਡ ਲੋਸ ਵੀ ਹੁੰਦੀ ਹੈ, ਬਟ ਇਨ ਬਿਟਵੀਨ ਜੋ ਆਪਣੀ ਬੋਡੀ ਹੈ ਉਹ ਹੀਟ ਦਾ ਮੇਨਟੇਨੈਂਸ ਬਣਾਈ ਰੱਖਦੀ ਹੈ, ਖੁਦ ਕੰਟਰੋਲ ਕਰਕੇ ਰੱਖਦੀ ਹੈ, ਜੋ ਕਿ ਇੱਕ ਫਿਕਸ ਰੇਂਜ 'ਤੇ ਰਹਿੰਦਾ ਹੈ, ਜੋ ਕਿ ਕਿੰਨਾ ਹੈਗਾ 98.6 डिग्री फारनहीट। ਵੈਨ ਇਟ ਇਜ਼ ਅਲਟਰਡ, ਜਦੋਂ ਇਹ ਕੋਰ ਬੋਡੀ ਟੈਂਪਰੇਚਰ ਅਲਟਰ ਮੀਨਸ ਚੇਂਜ ਹੋ ਜਾਂਦਾ, ਦ ਬੋਡੀ ਵਿਲ ਟਰਾਈ ਟੂ ਬੈਲੈਂਸ ਦ ਟੈਂਪਰੇਚਰ ਵਿਦਇਨ ਦ ਬੋਡੀ। ਜਦੋਂ ਕੋਈ ਥੋੜ੍ਹਾ ਬਹੁਤ ਚੇਂਜ ਆਉਂਦਾ ਟੈਂਪਰੇਚਰ ਦੇ ਵਿੱਚ ਤਾਂ ਆਪਣੀ ਬੋਡੀ ਇਸ ਟੈਂਪਰੇਚਰ ਨੂੰ ਨਿਊਟਰਲ ਕਰਨ ਦੇ ਵਿੱਚ ਵਰਕ ਕਰਦੀ ਹੈ। ਅਤੇ ਇਸ ਕੇਸ ਦੇ ਵਿੱਚ ਆਪਣੀ ਬੋਡੀ ਦਾ ਇੱਕ ਔਰਗਨ ਵਰਕ ਕਰਦਾ ਜੋ ਟੈਂਪਰੇਚਰ ਨੂੰ ਮੇਨਟੇਨ ਕਰਨ ਦੇ ਵਿੱਚ ਹੈਲਪ ਕਰਦਾ, ਉਹ ਔਰਗਨ ਹੈਗਾ ਹਾਈਪੋਥੈਲਮਸ। Hypothalamus is that organ of our body which tries to maintain our body temperature. In next case, our body loses heat through many organs. First is through skin। अपनी body skin ਦੇ through भी heat lose करती है, through lungs, through kidneys and through bowel। Also in this case we will study about the measurement of body temperature। body temperature ਨੂੰ measure ਕਰਨ ਦੇ ਲਈ ਥਰਮੋਮੀਟਰ यूज़ ਕੀਤਾ ਜਾਂਦਾ ਹੈ। ਥਰਮੋਮੀਟਰ ਫਸਟ ਡਿਸਕਵਰ ਕੀਤਾ ਸੀ ਗੈਲੀਲੀਓ ਗੈਲੀਲੀ ਨੇ। ਜੋ ਥਰਮੋਮੀਟਰ ਹੈ ਉਹ ਬੋਡੀ ਟੈਂਪਰੇਚਰ ਨੂੰ ਮੈਜ਼ਰ ਕਰਨ ਦੇ ਲਈ ਹੈਲਪ ਕਰਦਾ ਹੈ। ਥਰਮੋਮੀਟਰ ਥਰੂ ਜੋ ਟੈਸਟ ਹੁੰਦਾ ਬੋਡੀ ਦਾ ਟੈਂਪਰੇਚਰ ਉਹ 3 ਵੇਜ਼ 'ਚ ਕਰ ਸਕਦੇ ਹਾਂ ਆਪਾਂ। ਫਸਟ ਹੁੰਦਾ ਓਰਲ, ਮਾਊਥ ਦੇ ਥਰੂ ਓਰਲ ਚੈੱਕਅਪ ਆਫ ਟੈਂਪਰੇਚਰ। ਨੈਕਸਟ ਇਜ਼ ਐਗਜ਼ੀਲਾ, ਮੈਜ਼ਰ ਆਫ ਟੈਂਪਰੇਚਰ। ਓਰਲ ਤਾਂ ਜਦੋਂ ਥਰਮੋਮੀਟਰ ਮੂੰਹ ਦੇ ਵਿੱਚ ਰੱਖ ਕੇ ਉੱਥੋਂ ਟੈਂਪਰੇਚਰ ਚੈੱਕ ਕੀਤਾ ਜਾਂਦਾ, ਇਸ ਦੇ ਵਿੱਚ ਮੈਕਸੀਮਮ ਰੇਂਜ ਆਪਣੀ ਇੰਨੀ 98.6 डिग्री फारनहीट ਹੋਣੀ ਚਾਹੀਦੀ ਹੈ। ਅਗਰ ਇਸ ਤੋਂ ਜ਼ਿਆਦਾ ਹੋ ਜਾਂਦਾ ਹੈ ਤਾਂ ਆਪਣੀ ਬੋਡੀ ਨੂੰ ਕੀ ਹੈ ਫੀਵਰ ਹੁੰਦਾ, ਕਿ ਉਸ ਹਿਊਮਨ ਨੂੰ ਕੀ ਹੁੰਦਾ ਫੀਵਰ। ਐਗਜ਼ੀਲਾ ਜੋ ਆਰਮਪਿਟ ਦੇ ਹੇਠਾਂ ਜਦੋਂ ਥਰਮੋਮੀਟਰ ਰੱਖਿਆ ਜਾਂਦਾ ਤਾਂ ਉਹ ਐਗਜ਼ੀਲਾ ਥਰੂ ਚੈੱਕਅਪ ਹੁੰਦਾ। ਇਹ ਜ਼ਿਆਦਾਤਰ ਬੱਚਿਆਂ ਦੇ ਵਿੱਚ ਕੀਤਾ ਜਾਂਦਾ ਕਿਉਂਕਿ ਬੱਚਿਆਂ ਦੇ ਵਿੱਚ ਓਰਲ ਇਨਫੈਕਸ਼ਨ ਹੋਣ ਦਾ ਡਰ ਰਹਿੰਦਾ, ਤਾਂ ਕਰਕੇ ਬੱਚਿਆਂ ਦੇ ਵਿੱਚ ਜੋ ਚੈੱਕਅਪ ਹੈ ਉਹ ਐਗਜ਼ੀਲਾ ਥਰੂ ਕੀਤਾ ਜਾਂਦਾ। ਨੈਕਸਟ ਇਜ਼ ਥਰੂ ਸਕਿਨ, ਹੀਟ ਲੋਸ ਥਰੂ ਸਕਿਨ। ਇਟ ਪ੍ਰੋਵਾਈਡ ਇਨਸੂਲੇਸ਼ਨ ਫਰੋਮ ਹੀਟ। ਫੋਰ ਐਗਜ਼ਾਮਪਲ ਇਨ ਵਿੰਟਰਸ, ਸਰਦੀਆਂ ਦੇ ਵਿੱਚ ਬਾਹਰਲਾ ਟੈਂਪਰੇਚਰ ਘੱਟ ਹੁੰਦਾ ਜਿਸ ਦੇ ਵਿੱਚ ਆਪਣੀ ਬੋਡੀ ਇੰਨੀ ਕੁ ਹੀਟ ਪ੍ਰੋਡਿਊਸ ਕਰਦੀ ਹੈ ਤਾਂ ਕਿ ਬਾਹਰਲਾ ਜਿਹੜਾ ਘੱਟ ਤਾਪਮਾਨ ਤੋਂ ਆਪਣੀ ਬੋਡੀ ਕੀ ਹੈ ਬਚੀ ਰਹਿ ਸਕੇ, ਇਨਸੂਲੇਟਡ ਰਹਿ ਸਕੇ। ਡਿਸੀਪੇਟਸ ਹੀਟ ਪ੍ਰੋਡਿਊਸਡ ਬਾਈ ਇੰਟਰਨਲ ਔਰਗਨ ਟੂ ਐਕਸਟਰਨਲ ਇਨਵਾਇਰਮੈਂਟ। ਇਸ ਕੇਸ ਦੇ ਵਿੱਚ ਸਕਿਨ ਦੇ ਥਰੂ ਆਪਣੀ ਬੋਡੀ ਹੈ ਜੋ ਅੰਦਰਲੇ ਔਰਗਨਸ ਤੋਂ ਹੀਟ ਲੋਸ ਕਰਦੀ ਹੈ ਬਾਹਰਲੇ ਇਨਵਾਇਰਮੈਂਟ ਤੱਕ। ਦਿਸ ਇਜ਼ ਅਚੀਵਡ ਬਾਈ ਵੈਸੋਕਨਸਟ੍ਰਿਕਸ਼ਨ ਐਂਡ ਵੈਸੋਡਾਇਲੇਸ਼ਨ। ਵੈਸੋਕਨਸਟ੍ਰਿਕਸ਼ਨ ਹੁੰਦਾ ਜਿਸ ਕੇਸ ਦੇ ਵਿੱਚ ਹੀਟ ਨੂੰ ਕੰਜ਼ਰਵ ਕੀਤਾ ਜਾਂਦਾ। ਫੋਰ ਐਗਜ਼ਾਮਪਲ ਜੇਕਰ ਬਾਹਰਲਾ ਤਾਪਮਾਨ ਜ਼ਿਆਦਾ ਹੈ ਤਾਂ ਉਸ ਕੇਸ ਦੇ ਵਿੱਚ ਆਪਣੀ ਬੋਡੀ ਦਾ ਟੈਂਪਰੇਚਰ ਕੀ ਹੈ
ਉਸ ਦੇ ਅਕੋਰਡਿੰਗ ਆਪਣੇ ਆਪ ਨੂੰ ਮੈਨੇਜ ਕਰਨ ਦੀ ਕੋਸ਼ਿਸ਼ ਕਰੂਗੀ, ਜਿਸ ਦੇ ਵਿੱਚ ਉਹ ਆਪਣੀ ਹੀਟ ਕੀ ਕਰ ਦਿੰਦੀ ਹੈ, ਲੂਜ਼ ਕਰ ਆਪਣੀ ਹੀਟ ਕੀ ਹੈ, ਕੰਜ਼ਰਵ ਕਰ ਲੈਂਦੀ ਹੈ, ਬਚਾ ਕੇ ਰੱਖਦੀ ਹੈ, ਜਿਸ ਨੂੰ ਕੀ ਕਹਿੰਦੇ ਆ, ਵੈਸੋ ਕੰਸਟ੍ਰਿਕਸ਼ਨ। ਬਟ ਇਨ ਕੇਸ ਜਦੋਂ ਬਾਹਰਲਾ ਤਾਪਮਾਨ ਘੱਟ ਹੋਵੇ ਤਾਂ ਆਪਣੀ ਬੋਡੀ ਉਸ ਕੇਸ ਦੇ ਵਿੱਚ ਹੀਟ ਨੂੰ ਲੂਜ਼ ਕਰ ਦਿੰਦੀ ਹੈ, ਜਿਸ ਨੂੰ ਕਹਿ ਦਿੰਦੇ ਆ ਵੈਸੋ ਡਾਇਲੇਸ਼ਨ। ਇਸ ਨਾਲ ਸਾਡਾ ਅੱਜ ਦਾ ਟੌਪਿਕ ਕੰਪਲੀਟ ਹੋ ਜਾਂਦਾ ਹੈ। ਮੈਨੂੰ ਉਮੀਦ ਹੈ ਦੈਟ